वीडियो लैसन देख रहे सारे विद्यार्थियों ਨੂੰ ਸਾਰੇ ਸਟੂਡੈਂਟਸ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਲੈਸਨ 7ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ, 7th ਕਲਾਸ ਦੇ ਸਟੂਡੈਂਟਸ ਦੇ ਲਈ ਹੈ। ਇਹਦੇ ਵਿੱਚ ਅਸੀਂ ਮੈਥਮੈਟਿਕਸ ਦਾ ਚੈਪਟਰ ਹੈ ਆਪਣੇ ਕੋਲ ਅਲਜਬ੍ਰਿਕ ਐਕਸਪ੍ਰੈਸ਼ਨਸ, ਬੀਜ ਗਣਿਤਕ ਵਿਅੰਜਕ, ਠੀਕ ਹੈ, ਉਹ ਅਸੀਂ ਕਰਾਂਗੇ। ਜਿਹੜੇ ਬੱਚਿਆਂ ਨੇ ਚੈਪਟਰ ਪਹਿਲਾਂ ਕੀਤਾ ਹੈ ਜਾਂ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦੇ ਲਈ ਵੀ ਇਹ ਵੀਡੀਓ ਲੈਸਨ ਬਹੁਤ ਲਾਹੇਵੰਦ ਹੈ, ਕਿਉਂਕਿ ਲਗਭਗ ਹਰ ਇੱਕ ਕਨਸੈਪਟ ਜਿਹੜਾ ਹੈ ਉਹ ਅਸੀਂ ਚੈਪਟਰ ਦਾ ਇਸ ਵੀਡੀਓ ਲੈਸਨ ਦੇ ਵਿੱਚ डिस्कस करांगे। वर्कशीट दे राही असी अलग-अलग टॉपिक, अलग-अलग कॉन्सेप्ट ਜਿਹੜੇ ਇਸ ਚੈਪਟਰ ਦੇ ਆਪਾਂ डिस्कस करांगे, ठीक है। तो बहुत इंपॉर्टेंट है पूरे चैप्टर ਦੀ ਰਿਵੀਜ਼ਨ ਕਰਨ ਵਾਸਤੇ ਵੀ ਔਰ ਪੂਰੇ ਚੈਪਟਰ ਦੇ ਬਾਰੇ ਜਾਣਨ ਦੇ ਲਈ ਵੀ ਇਹ ਵੀਡੀਓ ਲੈਸਨ ਤੁਹਾਡੀ ਬਹੁਤ ਮਦਦ ਕਰੇਗਾ, ठीक है। ਅਗਲਾ 6ਵਾਂ ਸਵਾਲ ਸਾਡੇ ਕੋਲ ਹੈ, ਹੇਠ ਦਿੱਤੇ ਵਿਅੰਜਕਾਂ ਨੂੰ ਇੱਕ ਪਦੀ, ਦੋ ਪਦੀ ਤੇ ਤਿੰਨ ਪਦੀ ਦੇ ਰੂਪ ਵਿੱਚ ਵੰਡੋ। ਹੁਣ ਇਹਦੇ ਵਿੱਚ ਸਮਝਣ ਵਾਲੀ ਗੱਲ ਹੈ, ਇੱਕ ਪਦੀ ਜਿਨ੍ਹਾਂ ਦੇ ਜਿਹੜੇ ਵਿਅੰਜਕਾਂ ਦੇ ਵਿੱਚ ਸਾਡੇ ਕੋਲ ਇੱਕ ਪਦ ਹੋਏਗਾ ਉਹਨੂੰ ਅਸੀਂ ਮੋਨੋਮੀਅਲ ਵੀ ਬੋਲਦੇ ਹਾਂ, ਠੀਕ ਹੈ। ਔਰ ਦੋ ਪਦੀ ਜਿਨ੍ਹਾਂ 'ਚ ਦੋ ਪਦ ਹੋਣਗੇ ਉਹਨਾਂ ਨੂੰ ਅਸੀਂ ਬਾਇਨੋਮੀਅਲ ਬੋਲਦੇ ਹਾਂ। ਔਰ ਤਿੰਨ ਪਦੀ ਉਹ ਵਾਲੇ ਵਿਅੰਜਕ ਜਿਨ੍ਹਾਂ ਦੇ ਵਿੱਚ ਤਿੰਨ ਪਦ ਹੋਣਗੇ ਇਹਨਾਂ ਨੂੰ ਅਸੀਂ ਟ੍ਰਾਇਨੋਮੀਅਲ ਵੀ ਬੋਲਦੇ ਹਾਂ। ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪਦ ਕਦੋਂ ਬਣਦੇ ਨੇ, ਜਦੋਂ ਵਿੱਚ ਘਟਾਓ ਦਾ ਜਾਂ ਜਮਾ ਦਾ ਜਿਹੜਾ ਨਿਸ਼ਾਨ ਸਾਡੇ ਕੋਲ ਉਹ ਆ ਜਾਂਦਾ, ਉੱਥੋਂ ਸਾਡੇ ਕੋਲ ਅਗਲਾ ਪਦ ਜਿਹੜਾ ਉਹ ਸਟਾਰਟ ਹੋ ਜਾਂਦਾ। ਜਿਵੇਂ 4y ਹੈ, 4y ਤੋਂ ਬਾਅਦ ਘਟਾਓ ਦਾ ਨਿਸ਼ਾਨ ਆਇਆ ਤਾਂ ਸਾਡੇ ਕੋਲ ਅਗਲਾ ਪਦ ਜਿਹੜਾ ਉਹ ਸ਼ੁਰੂ ਹੋ ਗਿਆ। ਤਾਂ ਇਹਦੇ ਵਿੱਚ ਸਾਡੇ ਕੋਲ ਦੋ ਪਦ ਨੇ, ਜੇ ਦੋ ਪਦ ਨੇ ਤਾਂ ਇਹਨੂੰ ਅਸੀਂ ਦੋ ਪਦੀ ਜਾਂ ਫਿਰ ਬਾਇਨੋਮੀਅਲ ਕਹਾਂਗੇ, ਠੀਕ ਹੈ। ਇਹਦੇ ਵਿੱਚ ਸਾਡੇ ਕੋਲ ab ਤੋਂ ਬਾਅਦ ਘਟਾਓ ਤੋਂ ਬਾਅਦ ਅਗਲਾ ਪਦ a ਆ ਗਿਆ, a ਤੋਂ ਬਾਅਦ ਫਿਰ ਘਟਾਓ ਹੈ ਤਾਂ ਅਗਲਾ ਪਦ ਸਾਡੇ ਕੋਲ b ਆ ਗਿਆ। ਤਾਂ ਤਿੰਨ ਪਦ ਸਾਡੇ ਕੋਲ ਬਣ ਜਾਂਦੇ ਨੇ, ਇਹਨੂੰ ਅਸੀਂ ਤਿੰਨ ਪਦੀ ਜਾਂ ਟ੍ਰਾਇਨੋਮੀਅਲ ਬੋਲਾਂਗੇ, ਠੀਕ ਹੈ। ਤਾਂ ਇੱਥੇ ਅਸੀਂ ਇਹਦੇ ਵਿੱਚੋਂ ਜਿਹੜੇ ਚੁਣਨੇ ਨੇ, ਚੁਣ ਕੇ ਅਸੀਂ ਇੱਕ ਪਦੀ, ਦੋ ਪਦੀ, ਤਿੰਨ ਪਦੀ ਉਹਨਾਂ ਨੂੰ ਅਲੱਗ-ਅਲੱਗ ਕਰਕੇ ਲਿਖਾਂਗੇ, ठीक है। सब तो पहला ਅਸੀਂ ਇੱਥੇ ਲਿਖ ਲੈਨੇ ਇੱਕ ਪਦੀ, ਜਾਨੂੰ ਅਸੀਂ ਮੋਨੋਮੀਅਲ ਜਿਹੜਾ ਬੋਲਦੇ ਹਾਂ, ਮੋਨੋਮੀਅਲ, ठीक है। ਫਿਰ ਦੋ ਪਦੀ ਇਹਨੂੰ ਅਸੀਂ ਬਾਇਨੋਮੀਅਲ ਬੋਲਦੇ ਹਾਂ ਤੇ ਫਿਰ ਸਾਡੇ ਕੋਲ ਆਏਗਾ ਤਿੰਨ ਪਦੀ और इन्हों असी ट्रायनोमियल बोलते हैं, ठीक है। तो एक पदी दे विच जेकर असी देखिए तो ये साडे कोल ये दो आएगा, ठीक है, क्योंकि दूसरे व्यंजक दे विच साडे कोल सिर्फ इको ही पद है ये वाई स्क्वायर। तो ये एक पदी है साडे कोल, इसे ढंग दे नाल चौथा इन्हां दे असी सिर्फ नंबर जिहड़े इत्थे लिख दिंदे हैं, ठीक है। 70 चौथा जिहड़ा साडे कोल व्यंजक है वो भी एक पदी है, और इस तो बाद जिहड़ा सतवां व्यंजक है वो भी साडे कोल एक पदी है, ठीक है। तो एक पदी दे विच साडे कोल दूजा चौथा ते सतवां व्यंजक जिहड़े वो आ जांदे ने, दूजा चौथा ते सतवां। इस तो बाद दो पदी बायनोमियल जिहड़े हैगे ने जिन्हां च दो दो पद होणगे, वो साडे कोल किहड़े ने, एक ते साडे कोल ये है एक, फिर साडे कोल 6 ਦੇ ਵਿੱਚ ਦੋ ਪਦ ਨੇ, ਇਸ ਤੋਂ ਬਾਅਦ ਸਾਡੇ ਕੋਲ 8ਵੇਂ ਦੇ ਵਿੱਚ ਵੀ 8ਵੇਂ ਵਿਅੰਜਕ ਦੇ ਵਿੱਚ ਵੀ ਦੋ ਪਦ ਨੇ, ਠੀਕ ਹੈ ਜੀ। ਇੱਥੇ ਅਸੀਂ ਲਿਖ ਲਵਾਂਗੇ ਦੋ ਪਦੀ ਕਿਹੜੇ ਕਿਹੜੇ ਨੇ, 1 6 ਅਤੇ 8। इस तो बाद अगे असी चलते हैं तीन पदी ट्रायनोमियल। तो ਜਿਹੜੇ ਹੁਣ ਬਚ ਗਏ ਨੇ ਉਹ ਸਾਡੇ ਕੋਲ ट्रायनोमियल ਹੈਗੇ ਨੇ। ਜੇ ਆਪਾਂ ਦੇਖ ਲਈਏ ਤਾਂ ਤੀਜਾ ਜਿਹੜਾ ਹੈ ਇਹਦੇ ਵਿੱਚ ਸਾਡੇ ਕੋਲ ਤਿੰਨ ਪਦ ਨੇ, ਪਹਿਲਾ ਪਦ x ਹੈ, ਦੂਸਰਾ ਪਦ y ਹੈ, ਤੀਸਰਾ ਪਦ -xy ਹੈ। ਇਸੇ ਤਰ੍ਹਾਂ ਪੰਜਵਾਂ ਜਿਹੜਾ ਸਵਾਲ ਹੈ ਸਾਡੇ ਕੋਲ, ਪੰਜਵਾਂ ਵਿਅੰਜਕ ਹੈ, ਇਹ ਵੀ ਤਿੰਨ ਪਦੀ ਹੈ। तो ਤੀਜੇ ਦਾ ਤਿੰਨ ਪਦੀ ਦੇ ਵਿੱਚ ट्रायनोमियल ਦੇ ਵਿੱਚ ਸਾਡੇ ਕੋਲ ਕਿਹੜੇ ਕਿਹੜੇ ਆ ਜਾਣਗੇ, ਇੱਕ ਤੀਜਾ ਤੇ ਇੱਕ ਪੰਜਵਾਂ, ਠੀਕ ਹੈ ਸਟੂਡੈਂਟਸ। इस तो बाद अगला सवाल साडे कोल है, हेठ दित्तियां विचों समान पदां दी पछाण करो, आइडेंटिफाई लाइक टर्म्स इन द फॉलोइंग। तो ये सवालों दे विच ये व्यंजकां दे विच तुसीं आपां देख सकदे हां, इहदे विच सानूं एक दे नाल 100 दित्ता होया और इहदे विच सानूं -7x है ते नाल दूसरा जिहड़ा पद है -5/2x दित्ता होया। मतलब टर्म्स दित्तियां होईयां ने, असीं देखणीआं ने कि किहड़ियां टर्म्स जिहड़ियां लाइक ने, किहड़ियां टर्म्स लाइक नहीं ने, ठीक है। तो ਜਿਹੜੇ ਜਿਹੜੇ ਸਮਾਨ ਪਦਾਂ ਵਾਲੇ ਸਾਡੇ ਕੋਲ ਹੈਗੇ ਨੇ ਉਹਨਾਂ ਦੇ ਨੰਬਰ ਜਿਹੜੇ ਅਸੀਂ ਇੱਥੇ ਲਿਖ ਦਾਂਗੇ, ਠੀਕ ਹੈ। ਸਮਾਨ ਪਦ ਜਾਂ ਲਾਈਕ ਟਰਮਸ,
लाइक टर्म्स का मतलब है इको जिहियां, ठीक है। हुण समान पदां दा भाव की है, ਉਹ वाले पद जिन्हां दे विच जिहड़ा चल पद है वो इक्को जिहा होवे, वो समान होवे, उन्हां नूं असीं समान पद बोलदे हां। जिवें अगर असीं इत्थे लिखीए 4x ते नाल मैं इत्थे लिखदा 5x, तो ये दोनों समान पद ने, ठीक है। अगर इत्थे मैं लिखदा 4x² और इत्थे 5x लिखदा, फिर ये समान पद नहीं ने। क्यों? क्योंकि इन्हां दा जिहड़ा चल वाला भाग है वो डिफरेंट है एक दूसरे तो, बदलवां है। एक दे विच x की घात 1 है, एक दे विच x की घात 2 है, तो ये समान पद नहीं हैगी, ठीक है। इस तो बाद होर इत्थे लिख लैंदे आपां 5xy लिख लिया, ठीक है। और दूसरा मैं इत्थे लिख लैना 7x²। तो ये देख सकते हैं, जिहड़ा चल पद है वो साडे कोल xy है, इहदा जिहड़ा चल पद है वो साडे कोल x² है, तो ये भी साडे कोल समान पद नहीं हैगे ने। पर जेकर इत्थे 5xy दे नाल इत्थे 7xy हुंदा, फिर ये साडे कोल समान पद बन जाने सी, ठीक है। तो मैनूं उम्मीद है कि तुसीं इस चीज़ नूं समझे होवोगे कि असीं चल पद देखने ने, इहदे विच चल जिहड़े जेकर चल साडे कोल इक्को जिहे ने फिर समान पद होणगे, नहीं तां नहीं होणगे। जिवें एक उदाहरण आपां होर लिख लैंदे हां 5 या 7xy² ते दूसरा लिख लो 8x²y। ਤੇ ਦੇਖਣ ਨੂੰ ਲੱਗ ਸਕਦਾ ਕਿ x ਤੇ y ਦੋਨੋਂ ਹੈਗੇ ਨੇ ਤੇ ਸਕੁਆਇਰ ਵੀ ਹੈਗਾ, ਪਰ ਇਹਦੇ ਵਿੱਚ y ਦਾ ਸਕੁਆਇਰ ਹੈ, ਇਹਦੇ ਵਿੱਚ x ਦਾ ਸਕੁਆਇਰ ਹੈ, तो ਇਹ ਵੀ ਸਾਡੇ ਕੋਲ ਸਮਾਨ ਪਦ ਨਹੀਂ ਹੈਗੇ ਨੇ, ਲਾਈਕ ਟਰਮਸ ਨਹੀਂ ਹੈਗੀਆਂ ਨੇ। तो ਇੱਕ ਚੀਜ਼ ਤਾਂ ਇਹ ਪਹਿਲਾਂ ਤੇ ਅਸੀਂ ਪਛਾਣਨਾ ਹੈ ਕਿ ਸਮਾਨ ਪਦ ਕਿਹਦੇ ਕਿਹਦੇ ਵਿੱਚ ਹੈਗੇ ਨੇ, ਠੀਕ ਹੈ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਆਪਾਂ ਯਾਦ ਰੱਖਣੀ ਹੈ ਕਿ ਸਮਾਨ ਪਦ ਦੇ ਵਿੱਚ ਜਿਹੜੇ ਸਮਾਨ ਪਦ ਹੁੰਦੇ ਨੇ ਉਹਨਾਂ ਨੂੰ ਹੀ ਆਪਸ ਦੇ ਵਿੱਚ ਜੋੜਿਆ ਜਾ ਸਕਦਾ ਹੈ, ਉਹਨਾਂ ਨੂੰ ਹੀ ਆਪਸ ਦੇ ਵਿੱਚ ਘਟਾਇਆ जा सकता है। जेकर पद समान नहीं ने तो उन्होंने जोड़िया नहीं जा सकता। इन्हों मेरा भाव है कहने का, जेकर असी 7y² दे विच 8x² असी जोड़ दईए तो इनू असी इदां ही लिखांगे, इनू अगे नहीं हल कर सकते। पर जे असी 4x ते 5x इनू जोड़ांगे तो इहदा हल जिहड़ा साडे कोलों 9x बन जाएगा। इन्हां नूं अगे जोड़िया जा सकता है। इसी तरह घटाया भी जा सकता है, 5x चों 4x घटावांगे साडे कोल जिहड़ा x आ जाएगा, 4x चों 5x घटावांगे तो -x आ जाएगा, ठीक है। वो अलग गल है, वो अगे आपां सवालों दे विच करांगे। तो ये चीज़ तुसीं याद रखनी है कि जेकर साडे कोल चल जिहड़े वो समान ने, लाइक टर्म्स ने, तो उन्हां नूं असीं जोड़ भी सकते हैं ते घटा भी सकते हैं, ठीक है। तो इहनूं तुसीं जरूर नाल नोट कर लेना। इस तो बाद हुण इन्हां दे विच समान पदां दी गल करिए तो पहला जिहड़ा सवाल है ये साडे कोल समान पद, इहदे विच जिहड़े दोनों पद दित्ते गए ने वो समान ने। क्यों? क्योंकि इहदे विच चल है ही नहीं, ना पहले दे विच चल है ना दूसरे दे विच चल है। 100 नूं एक दे विच जोड़िया भी जा सकता है, 100 चों एक नूं घटाया भी जा सकता है। तो ये साडे कोल एक जिहड़ा है समान पदां दा जोड़ा है। दूसरे सवाल दे विच भी असीं अगर देखिए तो साडे कोल दोनां दे विच जिहड़े चल ने वो समान ने, एक दे विच x है दूसरे विच भी x है, तो ये भी साडे कोल दोनों पद जिहड़े ने वो समान पद ने, ठीक है। तीसरे सवाल दे विच असीं देख सकते हैं साडे कोल है 4x², ये है 3x, तो इन्हां विच जिहड़े चल ने वो समान नहीं ने, एक दे विच साडे कोल x² है दूसरे विच x है, ठीक है। तो इन्हां नूं असीं समान चल नहीं कह सकते, ठीक। तो ये साडे कोल इहदा जिहड़ा उत्तर दे विच साडे कोल नहीं आएगा। चौथे दे विच भी एक दे विच साडे कोल पहली टर्म है उहदे विच xy है, दूसरे टर्म दे विच साडे कोल x दी घात 2 z दी घात 2, तो ये भी साडे कोल समान पद नहीं हैगे। ये भी साडे कोल समान पद नहीं है क्योंकि m² p है ते m p² है, इहदे विच m दा स्क्वायर है, इहदे विच p दा स्क्वायर है। छेवां असीं देखिए तां इहदे विच साडे कोल इहदे विच x जिहड़े पद ने 14xy दे विच साडे कोल xy है, इहदे विच 42yx है। तो इत्थे कन्फ्यूज नहीं होना। जेकर असीं 3 नूं 4 दे नाल गुणा करिए या असीं 4 नूं बच्चों 3 दे नाल गुणा करिए तो साडे कोल उत्तर जिहड़ा दोनों वार 12 ही रहिंदा है। तो गुणा दे विच असीं इन्हां नूं अगे पिछे कर सकते हैं, क्रम चेंज जिहड़ा कर सकते हैं। सो xy ते yx दोनों दा मतलब सेम है। सो पहले पद दे विच जेकर xy है 14xy, दूसरा 42yx, तो ये भी साडे कोल समान पदां दे विच ही गिणे जाणगे, ठीक है। तो इन्हां 6 सवालों के विचों 6 जोड़ियां दे विचों साडे कोल पहला, दूजा ते 6वां ये समान पदां दे जोड़े ने, बाकी साडे कोल असमान पदां दे जोड़े ने, अनलाइक टर्म्स। इस तो बाद अगला सवाल साडे कोल है हेठ दित्तियां हालतां विच चल, अचल अते अंक गणितिक क्रियावां दा प्रयोग करदे होए
बीज गणितिक व्यंजक पता करो। गेट द algebraic expressions in the following cases using variables, constants and arithmetic operations। ठीक है, पहला ਜਿਹੜਾ ਸਵਾਲ ਹੈ ਇਹਨੂੰ ਬੜੇ ਧਿਆਨ ਦੇ ਨਾਲ ਆਪਾਂ ਦੇਖਾਂਗੇ। ਸੰਖਿਆ y ਵਿੱਚੋਂ z ਨੂੰ ਘਟਾਉਣਾ, ਸਬਟ੍ਰੈਕਟ z from y। ਜਿਹਨੂੰ ਅਸੀਂ ਘਟਾਉਣਾ ਹੁੰਦਾ ਉਹ ਅਸੀਂ ਪਿੱਛੇ ਲਿਖਦੇ, ਜਦੋਂ ਮੈਂ ਤੁਹਾਨੂੰ ਬੋਲਾਂਗਾ 7 ਚੋਂ 4 ਘਟਾਓ ਤਾਂ ਆਪਾਂ ਲਿਖਾਂਗੇ 7 ਘਟਾਓ 4, ਹੈਨਾ। ਜਦੋਂ ਲਿਖਾਂਗੇ 3 ਦੇ ਵਿੱਚੋਂ 7 ਘਟਾਓ ਤਾਂ 3 ਘਟਾਓ 7 ਲਿਖਾਂਗੇ। ਸੋ ਜਿਹਨੂੰ ਘਟਾਉਣਾ ਹੈ ਉਹਨੂੰ ਅਸੀਂ ਪਿੱਛੇ ਲਿਖਣਾ ਹੈ, ਜਿਹਦੇ ਵਿੱਚੋਂ ਘਟਾਉਣਾ ਹੈ ਉਹਨੂੰ ਅਸੀਂ ਅੱਗੇ ਲਿਖਾਂਗੇ। तो सवाल है y ਵਿੱਚੋਂ z ਨੂੰ ਘਟਾਉਣਾ, तो z y ਵਿੱਚੋਂ z ਨੂੰ ਘਟਾਉਣਾ ਤੇ ਇਹਨੂੰ ਅਸੀਂ y ਘਟਾਓ z ਲਿਖਾਂਗੇ। ਠੀਕ ਹੈ, ਇਹ ਸਾਡੇ ਕੋਲ ਉੱਤਰ ਹੋਏਗਾ ਇਸ ਸਵਾਲ ਦਾ। ਅਗਲਾ ਸਾਡੇ ਕੋਲ ਹੈ ਸੰਖਿਆ x ਵਿੱਚ y ਨੂੰ ਜੋੜਨਾ, ਐਡ y in x। तो x ਅਸੀਂ ਪਹਿਲਾਂ ਲਿਖਾਂਗੇ, ਉਹਦੇ ਵਿੱਚ y ਨੂੰ ਜੋੜ ਦੇਵਾਂਗੇ, ਬਸ ਇੰਨਾ ਹੀ ਉੱਤਰ ਹੈ ਇਹਦਾ। ਇਹ ਬਿਲਕੁਲ ਇਹ ਉੱਤਰ ਨੇ ਸਾਡੇ ਕੋਲ ਇਹਨਾਂ ਦੇ। ਠੀਕ ਹੈ, ਅਗਲਾ ਹੈ ਸਾਡੇ ਕੋਲ ਸੰਖਿਆ z ਦੇ ਤਿੱਗਣੇ ਵਿੱਚੋਂ x ਨੂੰ ਘਟਾਉਣਾ। ਤਿੱਗਣਾ ਮਤਲਬ 3 ਗੁਣਾ, 3 ਨਾਲ ਗੁਣਾ। z ਦਾ ਤਿੱਗਣਾ ਮਤਲਬ z ਨੂੰ 3 ਦੇ ਨਾਲ ਗੁਣਾ। तो z ਨੂੰ 3 ਨਾਲ ਗੁਣਾ ਕਰਾਂਗੇ ਸਾਡੇ ਕੋਲ 3z ਆ ਜਾਏਗਾ, 3z। ਠੀਕ ਹੈ, ਔਰ ਇਹਦੇ ਵਿੱਚੋਂ ਘਟਾਉਣਾ ਕੀ ਹੈ x, तो ਇਹਦੇ ਵਿੱਚ ਆਪਾਂ -x ਕਰ ਦਾਂਗੇ। ਬਹੁਤ ਸੌਖੇ ਹੈ ਇਹ, ਸਾਡੇ ਕੋਲ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਉਹਨੂੰ ਅਸੀਂ ਗਣਿਤ ਦੇ ਵਿੱਚ ਮੈਥਮੈਟੀਕਲ ਫਾਰਮ ਦੇ ਵਿੱਚ ਜਿਹੜਾ ਕਨਵਰਟ ਕਰ ਰਹੇ ਹਾਂ। ਠੀਕ ਹੈ, ਬਾਈ ਯੂਜ਼ਿੰਗ ਵੇਰੀਏਬਲਸ, ਭਾਵ एक्स वाई जेड, कॉन्स्टेंट्स मतलब जो भी संख्यावां ने, अर्थमैटिक ऑपरेशंस मतलब के जमा घटाओ गुणा भाग। ठीक है, अगला है संख्या x ਅਤੇ y ਦੇ ਜੋੜ ਦਾ ਅਧ। x ਅਤੇ y ਦਾ ਜੋੜ ਕੀ ਹੋ ਗਿਆ ਸਾਡੇ ਕੋਲ, x ਜਮਾ y, ਇਹਦਾ ਅਧ ਭਾਵ ਬਟਾ 2 ਕਰ ਦੋ। ਠੀਕ ਹੈ, ਕਿਸੇ ਵੀ ਚੀਜ਼ ਦੇ ਦੋ ਹਿੱਸੇ ਕਰਨੇ, ਕਿਸੇ ਦੇ ਵੀ ਨੰਬਰ ਦੇ ਕਿਸੇ ਵੀ ਸੰਖਿਆ ਦੇ, ਤਾਂ ਉਹਦੇ ਬਟਾ 2 ਕਰ ਦੋ। पंजवां साडे कोल है संख्या z ਦਾ 2/3, 2/3 ऑफ z। 2/3 ਦਾ ਭਾਵ ਇਹ ਹੁੰਦਾ ਹੈ ਕਿ z ਦਾ ਅਸੀਂ ਤੀਜਾ ਹਿੱਸਾ ਕੀਤਾ, ਫਿਰ ਉਹਨੂੰ ਅਸੀਂ 2 ਦੇ ਨਾਲ ਗੁਣਾ ਕਰ ਲਿਆ। ਠੀਕ ਹੈ, ਇਹਨੂੰ ਅਸੀਂ 2/3 ਬੋਲਦੇ ਹਾਂ। z ਦਾ ਤਿਹਾਈ, ਤਿਹਾਈ ਦਾ ਭਾਵ ਹੈ ਬਟਾ 3, 2/3 ਦਾ ਮਤਲਬ 2 ਨਾਲ ਉਸ ਤਿਹਾਈ ਨੂੰ ਅਸੀਂ ਗੁਣਾ ਕਰ ਲੈਣਾ। ਠੀਕ ਹੈ, 2z/3। तो ਇਹ ਸਾਡੇ ਕੋਲ ਇਹ ਵਾਲੇ ਸਵਾਲ ਨੇ, ਇਹਨੂੰ ਅਸੀਂ ਇਵੇਂ ਹੱਲ ਇਹਨਾਂ ਨੂੰ ਕਰਨਾ। अगला सवाल साडे कोल है जोड़ पता करो, फाइंड द सम। तो पहला है साडे कोल 2a - 3। तो इन्हां दोनों का जोड़ करना है। जोड़ करने के लिए असीं विचकार जोड़ का निशान लगा देंगे, उहदे च की है ना, जोड़ 2a इत्थे प्लस आएगा, फिर साडे कोल -3a है। -3a ਨੂੰ ਜਦੋਂ ਇਦਾਂ ਸਾਈਨ ਇਕੱਠੇ ਹੋ ਜਾਂਦੇ ਪਲੱਸ ਮਾਈਨਸ ਦੇ, ਤਾਂ ਇਹਨੂੰ ਅਸੀਂ ਬ੍ਰੈਕਟ ਦੇ ਵਿੱਚ ਲਿਖਾਂਗੇ। ਠੀਕ ਹੈ ਬੱਚਿਓ, ਪਲੱਸ ਨੂੰ ਜਦੋਂ ਵੀ ਮਾਈਨਸ ਦੇ ਨਾਲ ਅਸੀਂ ਗੁਣਾ ਕਰਦੇ ਹਾਂ, ਪਲੱਸ ਮਾਈਨਸ ਇਹ ਸਾਡੇ ਕੋਲ ਮਾਈਨਸ ਹੋ ਜਾਂਦਾ ਹੈ। ਠੀਕ ਹੈ, तो 2a - 3a ਸਾਡੇ ਕੋਲ ਆ ਜਾਏਗਾ। ਛੋਟੇ ਨੰਬਰ ਦੇ ਵਿੱਚੋਂ ਜਦੋਂ ਵੱਡਾ ਨੰਬਰ ਅਸੀਂ ਘਟਾਉਨੇ ਆ, तो ਘਟਾਇਆ ਤਾਂ ਜਾ ਨਹੀਂ ਸਕਦਾ, ਇਸ ਕਰਕੇ ਵੱਡੇ ਚੋਂ ਛੋਟਾ ਸਾਨੂੰ ਘਟਾਉਣਾ ਪਏਗਾ। ਇੱਥੇ 1a ਆ ਜਾਏਗਾ, ਪਰ ਸਾਈਨ ਅੱਗੇ ਕਿਹੜਾ ਲੱਗੇਗਾ, ਜਿਹੜਾ ਕਿ ਵੱਡੇ ਨੰਬਰ ਦੇ ਅੱਗੇ ਆ। तो 3a ਦੇ ਅੱਗੇ ਘਟਾਓ ਦਾ ਨਿਸ਼ਾਨ, ਇੱਥੇ ਸਾਡੇ ਕੋਲ ਘਟਾਓ ਦਾ 1a ਆਏਗਾ, ਜਾਂ ਅਸੀਂ ਇਹਨੂੰ ਕੱਲਾ ਹੀ -a ਵੀ ਲਿਖ ਸਕਦੇ ਹਾਂ। ਠੀਕ ਹੈ, तो ਇਹ ਸਾਡੇ ਕੋਲ ਉੱਤਰ ਹੈ ਪਹਿਲੇ ਸਵਾਲ ਦਾ। ਇਸੇ ਢੰਗ ਦੇ ਨਾਲ ਦੂਸਰਾ ਜਿਹੜਾ ਸਵਾਲ ਹੈ ਉਹਦੇ ਵਿੱਚ ਸਾਡੇ ਕੋਲ ਜਿਹੜੀਆਂ ਟਰਮਸ ਨੇ, ਜੋ ਪਦ ਦਿੱਤੇ ਗਏ ਨੇ, ਉਹ ਸਾਡੇ ਕੋਲ ਹੈ 6x ਤੇ 11x। ਇੱਕ ਚੀਜ਼ ਹੋਰ ਇੱਥੇ ਸਮਝ ਲਓ, ਤੁਹਾਨੂੰ ਮੈਂ ਪਹਿਲਾਂ ਕਿਉਂਕਿ ਦੱਸ ਕੇ ਆਇਆ ਕਿ ਜਿਹੜੇ ਸਾਡੇ ਕੋਲ ਜਿਹੜੀਆਂ ਲਾਈਕ ਟਰਮਸ ਹੋਣਗੀਆਂ ਉਹਨਾਂ ਨੂੰ ਹੀ ਜੋੜਿਆ ਜਾਂ ਘਟਾਇਆ ਜਾ ਸਕਦਾ ਹੈ। ਇਹਦੇ ਵਿੱਚ ਸਾਡੇ ਕੋਲ ਵੇਰੀਏਬਲ ਜਿਹੜਾ ਦੋਨਾਂ ਦੇ ਵਿੱਚ a ਹੈ, ਇਸ ਲਈ ਇਹਨਾਂ ਨੂੰ ਅਸੀਂ ਜੋੜ ਸਕੀਏ। ਠੀਕ ਹੈ, ਅਲਟੀਮੇਟਲੀ ਉਹ ਘਟਾਓ ਹੋ ਗਏ, ਬਟ ਅਸੀਂ ਆਪਣੇ ਵੱਲੋਂ ਜੋੜ ਹੀ ਕੀਤਾ ਸੀ। ਔਰ ਇਹਦੇ ਵਿੱਚ ਵੀ ਸਾਡੇ ਕੋਲ ਦੇਖ ਸਕਦੇ ਹਾਂ ਸਮਾਨ ਪਦ ਨੇ ਦੋਨਾਂ ਦੇ ਵਿੱਚ x ਹੈ, ਇਸ ਲਈ ਅਸੀਂ ਇਹਨਾਂ ਨੂੰ ਜੋੜ ਸਕਦੇ ਹਾਂ। ਠੀਕ ਹੈ, ਜੋੜਾਂਗੇ ਤਾਂ ਜੋੜ ਸਾਡੇ ਕੋਲ ਬਣੇਗਾ ਕੀ, ਆਪਾਂ ਦੇਖ ਲੈਂਦੇ ਹਾਂ। ਜੋੜ ਬਰਾਬਰ 6x ਜਮਾ 11x। तो 6x ਦੇ ਵਿੱਚ 11x ਜੋੜੇ, ਸਿੰਪਲੀ x ਦਾ ਅਸੀਂ ਰੱਖਣਾ ਹੀ ਰੱਖਣਾ, 6 ਚ 11 ਜੋੜ ਦਿਓ, 6 ਤੇ 11 ਸਾਡੇ ਕੋਲ 17 ਹੁੰਦੇ ਨੇ। ਠੀਕ ਹੈ, तो ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਬਣ ਜਾਂਦਾ, 17x। ਇਸ ਤੋਂ ਬਾਅਦ ਹੈ ਸਾਡੇ ਕੋਲ 3mn - 5mn - 8mn। 3mn - 5mn - 8mn। तो ए ਦਾ जो जोड़ है वो ਸਾਡੇ ਕੋਲ ਕੀ ਬਣੇਗਾ, ਹਾਂਜੀ 3mn plus -5mn plus -8mn। ठीक है जी,
तो प्लस माइनस पहला की तरह जिवें तुहानूं दस्सिया ही सीगा, प्लस दे नूं जदों भी असीं प्लस नूं माइनस नाल गुणा करते हैं साडे कोल माइनस ही आएगा, ठीक है 5mn, और प्लस माइनस ये भी माइनस बन जाएगा 8m। ठीक, इनू तुसी नोट कर लो। अगर बाहर प्लस है अंदर माइनस है, इत्थे मैं 3 लै लेना -3, तो ये साडे कोल -3 ही आएगा। अगर बाहर माइनस है अंदर +3 है, फिर भी साडे कोल -3 ही आएगा। अगर साडे कोल बाहर भी प्लस है अंदर भी प्लस है, फिर साडे कोल +3 आएगा। अगर बाहर भी माइनस है अंदर भी माइनस है, माइनस माइनस फिर साडे कोल प्लस हो जाएगा, +3 आएगा। ठीक है, इनू तुसी याद रख सकते हो, रफ दे विच नोट भी कर सकते हो। तो हुण बच्चों इहदे विच जिहड़ा 3mn है इनू मैं एवें लिख लेना, जिहड़े घटाओ वाले ने ये दोनों इकट्ठे हो जाणगे। ठीक है, घटाओ दे 5 ने ते घटाओ दे 8 ने, ये साडे कोल घटाओ दे 13 बनणगे, 8 5 13। ਹੁਣ 3 ਦੇ ਵਿੱਚੋਂ 13 ਨੂੰ ਤਾਂ ਘਟਾਇਆ ਨਹੀਂ ਜਾ ਸਕਦਾ ਹੈ, तो 13 ਦੇ ਵਿੱਚੋਂ 3 ਨੂੰ ਘਟਾਵਾਂਗੇ ਸਾਡੇ ਕੋਲ 10mn ਆ ਜਾਏਗਾ, ਪਰ ਸਾਈਨ ਸਾਡੇ ਕੋਲ ਉਹ ਲੱਗਦਾ ਜਿਹੜਾ ਵੱਡੀ ਸੰਖਿਆ ਦੇ ਅੱਗੇ ਹੋਵੇ। ਠੀਕ ਹੈ, तो 13 ਦੇ ਅੱਗੇ ਘਟਾਓ ਦਾ ਨਿਸ਼ਾਨ ਹੈ, ਇੱਥੇ ਸਾਡੇ ਕੋਲ -10mn ਆ ਜਾਏਗਾ। ठीक, इस तो बाद अगला सवाल देख लेने साडे कोल जिहड़ा है इहदे च चौथे सवाल दे विच जिहड़े साडे कोल पद ने असीं इधर लिख लेने आ, इहदे विच जिहड़ियां टर्म्स ने साडे कोल 5m, हाँ जी 5m -7n, 3n -4m +2, 2m -5n +6। ठीक है, रकम एक बार असीं देख लेने 5m -7n, 3n -4m +2 और 2m -5n आएगा इत्थे 5n। ठीक, तो इन्हां दा भी जोड़ करना है, आपां जोड़ कर देने असीं, तो 5m -7n, ठीक है, फिर जमा 3n -4m +2, फिर जमा 2m -5n +6। ठीक है, तो क्योंकि ब्रैकेट के बाहर जमा का निशान है, इस करके ब्रैकेट असी हटा सकते हैं। तो 5m -7n +3n -4m +2 +2m -5n +6। ठीक है, तो जिमें कि आप पहला भी गल कर चुके हैं कि जिहड़ियां संख्यावां साडे कोल लाइक हुंदियां ने, समान पद ने जिहड़े वो ही आपस जोड़े जा सकते हैं। तो m वाले जिहड़े पद ने वो m वाले पदां दे विच ही जोड़े जा सकते हैं, n वाले n वालियां च जोड़े जा सकते हैं, तो जिहड़े कॉन्स्टेंट ने अचल पद ने जिन्हां च m ते n कोई भी नहीं है, उन्होंने असीं अलग जोड़ांगे। ठीक है, तो इन्हां नूं सब तो पहला तो असीं अलग कर लैंदे, साडे कोल 5m आ जाएगा। इस तो बाद m वाली टर्म साडे कोल है, इहनूं -4m असीं लिख लवांगे। इस तो बाद साडे कोल जिहड़ी m वाली टर्म है वो 2m है। इस तो बाद n वाले पद असीं देखांगे, तो ये साडे कोल -7n है, और ये जमा दा 3n है, और ये साडे कोल -5n है। ठीक है, तो असीं जिहड़े जिहड़े लिख लए ने वो असीं टिक कर लैंदे आ, ते बाकी जो साडे कोल हुण बचे ने जमा 2 ते जमा 6। ठीक है, तो m वाले असीं पहलां देखिए 5, हाँ जी, इन्हां विचों जिहड़े जोड़ वाले वो आपस जुड़ जाणगे, साडे कोल 7m हो जाएगा, 5 ते 2 7m -4m, और इन्हां दे विचों जिहड़े घटाओ वाले ने n वालियां दे विचों वो जुड़ जाणगे आपस दे विच, ये दोनों घटाओ वाले ने, तो 7 ते 5 दोनों घटाओ दे ने, साडे कोल 7 5 12n हो जाएगा, और जिहड़ा जमा दा 3n है इत्थे आपां रख लैंदे, और 6 ते 2 जिहड़ा साडे कोल दोनों जमा दे ने, साडे कोल 8 हो जाणगे। 7 दे विचों 4 घटावांगे 3m, और -12n जमा दे 3, जदों साडे कोल एक दा साइन घटाओ दा एक दा जमा दा, तां हुणे घटाओ है, पर साइन जिहड़ा वो साडे कोल आएगा जिहड़ा वड्डी संख्या दे अगे लग्या होया। ठीक है, तो 12 चों 3 असीं घटावांगे तां ये साडे कोल आ जाएगा 9n, 12 दे अगे घटाओ दा निशान है, इसलिए इत्थे साडे कोल घटाओ दा निशान ही रहेगा, जमा 8। ठीक है, आई होप कि कोई गलती इहदे विच नहीं होई होएगी। ठीक है बच्चों, तो इनू तुसीं ये सारे सवालों नूं इस ढंग दे नाल जोड़ जिहड़ा असीं कर सके, सारिआं नूं नोट भी कर लेना है, तुहाडे कोल जदों बाई मंथली होणगे उस वेले एग्जाम दे विच भी ये रिवीजन वास्ते तुहाडे काम आणगे। इस तो बाद 10वां सवाल है साडे कोल घटाओ वाला। ठीक है, तो इहदे च असीं घटाओ करांगे। हाँ जी,
पहला सवाल है साडे कोल -6xy विचों 3xy। ठीक है जी। तो ਜਿਹਦੇ ਵਿੱਚੋਂ ਘਟਾਣਾ ਹੋਵੇ ਉਹਨੂੰ ਅਸੀਂ ਅੱਗੇ ਰੱਖਾਂਗੇ ਔਰ ਜਿਹਨੂੰ ਘਟਾਣਾ ਹੈ ਉਹਨੂੰ ਅਸੀਂ ਪਿੱਛੇ ਰੱਖਾਂਗੇ। ठीक है जी। तो -6xy ਵਿੱਚੋਂ 3xy ਘਟਾਵਾਂਗੇ ਤੇ ਵਿੱਚੋਂ ਦੀ ਜਗ੍ਹਾ ਤੇ ਇੱਥੇ ਘਟਾਓ ਦਾ ਨਿਸ਼ਾਨ ਆ ਗਿਆ। ਹੁਣ ਇਹ ਦੋਨੋਂ ਲਾਈਕ ਟਰਮਸ ਨੇ, ਸਮਾਨ ਪਦ ਨੇ, ਕਿਉਂਕਿ ਦੋਨਾਂ ਦੇ ਜਿਹੜੇ ਵੇਰੀਏਬਲ ਹੈ ਚੱਲ ਵਾਲੇ ਭਾਗ ਹੈ ਉਹ ਬਰਾਬਰ ਹੈ xy ਤੇ xy। ਠੀਕ ਹੈ, ਇਹਨਾਂ ਨੂੰ ਜੋੜਿਆ ਜਾ ਸਕਦਾ, ਘਟਾਇਆ ਵੀ ਜਾ ਸਕਦਾ ਹੈ। ਹੁਣ ਦੋਨਾਂ ਦੇ ਵਿੱਚ ਕਿਉਂਕਿ ਦੋਨਾਂ ਦੇ ਅੱਗੇ ਘਟਾਓ ਦਾ ਨਿਸ਼ਾਨ ਹੈ ਤਾਂ ਇਹ ਇਕੱਠੇ ਹੋ ਜਾਣਗੇ, ਮਿਲ ਜਾਣਗੇ ਆਪਸ ਦੇ ਵਿੱਚ, ਕਿਉਂਕਿ ਦੋਨਾਂ ਦਾ ਘਟਾਓ ਦਾ ਨਿਸ਼ਾਨ ਹੈ ਤੇ 6 ਤੇ 3 ਸਾਡੇ ਕੋਲ ਕਿੰਨੇ ਹੋ ਗਏ 9, ਪਰ ਰਹਿਣਗੇ ਘਟਾਓ ਦੇ ਹੀ। ਠੀਕ ਹੈ, तो 9xy ਸਾਡੇ ਕੋਲ ਉੱਤਰ ਜਿਹੜਾ ਇਹਦਾ ਬਣ ਜਾਏਗਾ। ਇਸ ਤੋਂ ਬਾਅਦ ਦੂਸਰਾ ਸਵਾਲ ਸਾਡੇ ਕੋਲ ਹੈ ਇਹਦੇ ਵਿੱਚ ਪੰਜਾਬੀ ਦੇ ਵਿੱਚ ਦੇਖੋ ਇੱਥੇ ਥੋੜਾ ਜਿਹਾ ਫਰਕ ਹੈ ਤੇ ਇੰਗਲਿਸ਼ ਦੇ ਵਿੱਚ, ਦੋਨਾਂ ਦੇ ਵਿੱਚ ਹੈ ਨਾ। ਪੰਜਾਬੀ 'ਚ ਲਿਖਦੇ ਆ -6xy ਵਿੱਚੋਂ 3xy ਘਟਾਓ। ਇਹ ਸੌਖਾ ਹੈ, ਵਿੱਚੋਂ ਦੀ ਜਗ੍ਹਾ ਤੇ ਸਿਰਫ ਘਟਾਓ ਦਾ ਨਿਸ਼ਾਨ ਲਗਾ ਦਿੱਤਾ। ਇੰਗਲਿਸ਼ 'ਚ ਜਦੋਂ ਅਸੀਂ ਲਿਖਿਆ ਸਾਨੂੰ ਮਿਲੇਗਾ, ਉਹ ਮਿਲੇਗਾ 3xy from subtract 3xy from -6xy। मतलब कि 3xy ਨੂੰ ਘਟਾਉਣਾ ਹੈ ਕਿਹਦੇ ਵਿੱਚੋਂ -6xy ਦੇ ਵਿੱਚੋਂ। तो ਇਹਦੇ ਵਿੱਚ ਅਸੀਂ 6xy ਨੂੰ ਅੱਗੇ ਲਿਖਾਂਗੇ, 3xy ਨੂੰ ਪਿੱਛੇ ਲਿਖਾਂਗੇ। ठीक है, अगला ਸਾਡੇ ਕੋਲ ਹੈ 7z² ਵਿੱਚੋਂ -z²। -8z²। ठीक है जी। तो 7z² ਵਿੱਚੋਂ ਮਾਈਨਸ ਇਹਦੇ ਵਿੱਚੋਂ ਘਟਾਉਣਾ ਕੀ ਹੈ ਉਹ ਅਸੀਂ ਪਿੱਛੇ ਲਿਖ ਦਾਂਗੇ। ठीक है, तो ਵਿੱਚੋਂ ਦੀ ਜਗ੍ਹਾ ਤੇ ਮਾਈਨਸ ਲਿਖ ਲਿਆ ਤੇ -8z² ਨਾਲ ਆਏਗਾ। तो माइनस माइनस ਹੁਣ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਮੈਂ, ਸਾਡੇ ਕੋਲ ਪਲੱਸ ਹੋ ਜਾਏਗਾ। ठीक है, तो 7z² प्लस 8z² ਜਿਹੜਾ ਸਾਡੇ ਕੋਲੇ ਬਣ ਜਾਏਗਾ। ठीक है, तो ਇਹ ਵੀ ਸਮਾਨ ਪਦ ਨੇ, 8 7 ਸਾਡੇ ਕੋਲ 15 ਹੋ ਜਾਣਗੇ। तो 15z² ਸਾਡੇ ਕੋਲ ਇੱਥੇ ਆ ਜਾਏਗਾ ਇਹਦਾ ਉੱਤਰ। ਇਸ ਤੋਂ ਬਾਅਦ ਤੀਸਰਾ ਸਵਾਲ, ਇਹਦੇ ਸਵਾਲ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਸਵਾਲ ਨੋਟ ਕਰਕੇ ਆਪਣੇ ਆਪ ਪਹਿਲਾਂ ਜ਼ਰੂਰ ਕਰਕੇ ਦੇਖੋ। ਠੀਕ ਹੈ, 5x - 10 ਵਿੱਚੋਂ 9x + 10। 5x - 10 ਦੇ ਵਿੱਚੋਂ 9x + 10 ਅਸੀਂ ਘਟਾਵਾਂਗੇ। तो 5x - 10 ब्रैकेट 'ਚ ਇਹਨੂੰ ਪਾ ਲਓ और ਇੱਥੇ ਸਾਡੇ ਕੋਲ ਆਏਗਾ -9x + 5x - 10 -9x + 10। ठीक है, तो ਇਹਦੇ ਵਿੱਚ ਹੁਣ ਜਦੋਂ ਅਸੀਂ ਬ੍ਰੈਕਟ ਹਟਾਵਾਂਗੇ ਤਾਂ ਕਿਉਂਕਿ ਅੱਗੇ ਘਟਾਓ ਦਾ ਨਿਸ਼ਾਨ ਹੈ ਤਾਂ ਅੰਦਰ ਵਾਲੇ ਸਾਰਿਆਂ ਦੇ ਜਿਹੜੇ ਸਾਈਨ ਹੈ ਉਹ ਸਾਡੇ ਕੋਲ ਚੇਂਜ ਹੋ ਜਾਣਗੇ। ठीक है, 9 ਜਮਾ ਦਾ ਹੈ ਤੇ 9 ਘਟਾਓ ਦਾ ਹੋ ਜਾਏਗਾ। तो पहले ਅਸੀਂ 5x - 10 ਲਿਖ ਲੈਨੇ ਆ। तो ਘਟਾਓ ਦਾ ਸਾਈਨ ਅੰਦਰ ਲੈ ਕੇ ਜਾਵਾਂਗੇ, 9 ਜਮਾ ਦਾ ਸੀ ਇਹ ਸਾਡੇ ਕੋਲ ਘਟਾਓ ਦਾ 9x ਹੋ ਗਿਆ ਤੇ 10 ਜਮਾ ਦਾ ਇਹਦਾ ਵੀ ਸਾਈਨ ਜਿਹੜਾ ਉਹ ਬਦਲ ਜਾਏਗਾ। ਠੀਕ ਹੈ, तो ਜਦੋਂ ਵੀ ਬ੍ਰੈਕਟ ਦੇ ਬਾਹਰ ਸਾਡੇ ਕੋਲ ਇੱਥੇ ਘਟਾਓ ਦਾ ਨਿਸ਼ਾਨ ਹੋਵੇ ਤਾਂ ਅੰਦਰ ਵਾਲੀਆਂ ਜਿੰਨੀਆਂ ਵੀ ਟਰਮਸ, ਜਿੰਨੇ ਵੀ ਪਦ ਹੁੰਦੇ ਆ, ਸਭ ਦੇ ਜਿਹੜੇ ਸਾਈਨ ਹੈ ਉਹ ਚੇਂਜ ਹੋ ਜਾਂਦੇ। ਅਗਰ ਘਟਾਓ ਹੈ ਜਮਾ ਹੋ ਜਾਏਗਾ, ਜਮਾ ਹੈ ਤਾਂ ਘਟਾਓ ਹੋ ਜਾਏਗਾ। ਠੀਕ ਹੈ, तो ਇਸ ਤੋਂ ਬਾਅਦ ਸਾਡੇ ਕੋਲ ਇਹਦੇ ਵਿੱਚ ਹੁਣ ਜਿਹੜੇ ਸਾਡੇ ਕੋਲ ਸਮਾਨ ਪਦ ਨੇ ਉਹ ਕਿਹੜੇ ਕਿਹੜੇ ਨੇ। ਇੱਕ 5x ਤੇ 9x, ਇਹਨਾਂ ਨੂੰ ਅਸੀਂ ਇਕੱਠੇ ਲਿਖ ਦਿੰਦੇ ਹਾਂ। ਔਰ ਇਹ -10 ਤੇ -10 ਇਹ ਇਕੱਠੇ ਲਿਖ ਦਿੰਦੇ। ਦੋਨੋਂ ਅਚਲ ਪਦ ਨੇ, ਆਪਸ ਦੇ ਵਿੱਚ ਜੁੜ ਜਾਣਗੇ। 9 ਦੇ ਵਿੱਚੋਂ 5 ਦੇ ਵਿੱਚੋਂ 9 ਨੂੰ ਘਟਾਇਆ ਨਹੀਂ ਜਾ ਸਕਦਾ। ਸੋ 9 ਦੇ ਵਿੱਚੋਂ 5 ਨੂੰ ਘਟਾਵਾਂਗੇ ਸਾਡੇ ਕੋਲ 4 ਆਏਗਾ, ਪਰ ਜਿਹੜਾ ਸਾਈਨ ਹੈ ਅੱਗੇ ਉਹ ਕਾਹਦਾ ਰਹੇਗਾ, ਘਟਾਓ ਦਾ, ਕਿਉਂਕਿ ਵੱਡੀ ਸੰਖਿਆ ਜਿਹੜੀ 9 ਹੈ ਉਹਦੇ ਅੱਗੇ ਘਟਾਓ ਦਾ ਨਿਸ਼ਾਨ ਹੈ। -10 ਤੇ -10 ਦੋਨਾਂ ਦਾ ਸਾਈਨ ਇੱਕੋ ਜਿਹਾ, ਜਦੋਂ ਵੀ ਇੱਕੋ ਜਿਹੇ ਨੇ ਤਾਂ ਇਕੱਠੇ ਹੀ ਹੋ ਜਾਣਗੇ। ਠੀਕ ਹੈ, ਇਕੱਠੇ ਹੋਣਗੇ ਪਰ ਰਹਿਣਗੇ ਘਟਾਓ ਦੇ। तो 10 जमा 10 ਤੇ 10 ਇਹ ਸਾਡੇ ਕੋਲ 20 ਬਣ ਜਾਂਦੇ ਨੇ। ਠੀਕ ਹੈ, तो ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਡੇ ਕੋਲ ਕੀ ਬਣ ਜਾਂਦਾ ਹੈ -4x - 20। ਅਗਲਾ ਸਵਾਲ ਸਾਡੇ ਕੋਲ ਹੈ ਚੌਥਾ ਸਵਾਲ। तो ਚੌਥੇ ਸਵਾਲ ਦਾ ਹੱਲ ਹੈ ਜਿਹੜਾ ਉਹ ਅਸੀਂ ਇੱਥੇ ਲਿਖ ਦਿਆਂਗੇ। 4m² - 4n + 8 ਵਿੱਚੋਂ 2m² - 6n - 9। ठीक है, तो 4m की घात 2 -4n जमा 8 और ਇਹਦੇ ਵਿੱਚੋਂ ਅਸੀਂ ਮਾਈਨਸ ਕੀ ਕਰਾਂਗੇ 2m² - 6n - 9। ठीक है, तो ਇਹਦੇ ਵਿੱਚੋਂ ਫਿਰ ਅਸੀਂ ਇਹਦੇ 'ਚ ਹੁਣ ਜਿਹੜਾ ਪਹਿਲੀ ਬ੍ਰੈਕਟ ਹੈ ਉਹਨੂੰ ਤਾਂ ਅਸੀਂ ਐਵੇਂ ਹਟਾ ਸਕਦੇ ਹਾਂ, ਉਹਦੇ 'ਚ ਕੋਈ ਦਿੱਕਤ ਨਹੀਂ ਹੈ ਕਿਉਂਕਿ ਅੱਗੇ ਸਾਡੇ ਕੋਲ ਇੱਥੇ ਜਮਾ ਦਾ ਹੀ ਨਿਸ਼ਾਨ ਹੈ।
दूसरी दे विच क्योंकि इत्थे घटाओ दा निशान है इस करके अंदर वालियां सारियां जिहड़ियां टर्म्स ने सारे पद ने उन्हां दे साइन जिहड़े वो चेंज हो जाणगे 2m² माइनस माइनस प्लस 6n माइनस माइनस प्लस 9 ठीक है। तो ये जोड़े लाइक पद ने साढ़े कोल समान पद ने वो है 4m² माइनस 2m² ठीक है। ये वाला m² असीं इकट्ठे लिख ले। उस तो बाद माइनस 4n प्लस 6n क्योंकि ये साढ़े कोल n वाला पद है तो दूसरा ये वाला n वाला पद है। इस तो बाद जिहड़े अचल पद ने 8 जमा 9 असीं एवें लिख लैंदे हैं ठीक है। तो ये विचों हुण 4 दे विचों 2 घटावांगे साढ़े कोल 2m² इत्थे आएगा। ये असीं सिर्फ उदों घटा सकते हैं जो साढ़े कोल समान पद ने ठीक है। माइनस 4n जमा 6n तो 6 चों 4 असीं घटावांगे साढ़े कोल जमा दे 2n आ जाणगे ठीक है क्योंकि 6 साढ़े कोल वड्डा है तो 6 दे अगे जमा दा निशान है इत्थे जमा दा निशान ही आएगा ठीक। 8 ते 9 जिहड़ा है 15 बन जाते 15 आ जाएगा साढ़े कोल। तो इस ढंग दे नाल जोड़ तो बाद जिहड़े घटाओ वाले सवाल है उन्हां नूं असीं बड़े ध्यान दे नाल करना है ठीक है। साइन दा ख्याल बहुत रखना है, इहदे च गलती होण दे चांस जिहड़े वो रहिंदे ने। सो ये जिन्ने भी सवाल आपां कीते ने इन्हां नूं देखो करो फिर इन्हां दी प्रैक्टिस करो, इन्हां दे नाल दे सवाल भी जिहड़े बुक दे विचों करो तां ये तुहानूं बहुत जिहड़ा फायदा देणगे अगे जाके। इस तो बाद अगला जिहड़ा सवाल है साडे कोल 11वां सवाल, हेठ लिखे व्यंजकों के मुल x बराबर 2 के लिए पता करो, फाइंड द वैल्यू ऑफ फॉलोइंग एक्सप्रैशंस फॉर x इक्वल्स टू 2। इसका की भाव है, जिवें साडे कोल पहला सवाल है x जमा 4, सानू क्या कि x बराबर 2 भरना है आपां इन्हां सारियां दे विच। x बराबर 2 के लिए इन्हां दी कीमत पता करनी है, मतलब जे x 2 होए तो x जमा 4 कितना होगा। तो सिंपल है 2 जमा 4 साडे कोल 6 हुंदे ने तो x की जगह ते असीं 2 लिखांगे तो साडे कोल उत्तर जिहड़ा पता चल जाएगा ठीक है। सो x जमा 4 दे विच असीं की करना है, x नूं हटा के x की जगह ते 2 लगा दा, 2 जमा 4 तो 2 जमा 4 जिहड़ा है साडे कोल किन्ने बन गए 6। तो पहले सवाल का उत्तर जिहड़ा 6 आ गया। दूसरा है साडे कोल 2x जमा 5 ठीक है। तो 2x x की जगह ते की आपां भरना है 2 ठीक है। तो इहनूं जदों भरांगे इत्थे असीं एवें लिखांगे ठीक है। जेकर तुसी ब्रैकेट इत्थे नहीं पाओगे तो ये सीधा ही 2 लिखिया फिर बाद च भुलेखा पै सकदा कि तो 22 है 22 5 जिहड़ा 27 कर दोगे ठीक है। इदां नहीं करना, इहनूं हमेशा इहनूं ब्रैकेट दे विच पहलां लिख लो तो सौखा रहना है। ब्रैकेट का भाव है कि दोनों नूं असीं गुणा करना है, 2 ते x इत्थे आपस च गुणा होए ने इसलिए 2 नूं 2 नाल गुणा करांगे, 2 दूनी ये बनेगा 4, 4 दे विच 5 फिर जोड़ांगे साडे कोल ये बन जाएगा 9 ठीक है। तो दूजे सवाल का जिहड़ा उत्तर है साडे कोल 9 है। इसी तरह तीसरे व्यंजक की कीमत x बराबर 2 के लिए साडे कोल की आएगी 4x माइनस 3। तो x नूं असीं चेंज कर देंगे 2 दे नाल माइनस 3 ठीक है। 4 दूनी 8 और माइनस 3, 8 दे विचों 3 घटाए तो ये साडे कोल आ जाएंगे 5 ठीक है। तो ये साडे कोल इस सवाल के उत्तर जिहड़े बन जाते हैं। इस तो बाद अगला सवाल भी बिल्कुल इस ढंग का, इहदे विच असीं m बराबर माइनस 3 जिहड़ा वो भरांगे ठीक है। m बराबर माइनस 3 के लिए इन्हां दी कीमत जिहड़ी पता करांगे। इफ m इक्वल्स टू माइनस 3 then find the value of the following। इनू पहले तुसीं अपने आप हल करने की कोशिश करो, फिर जे नहीं पता चलता है फिर वीडियो नूं अगे देखियो ठीक है। तो पहला है साडे कोल m माइनस 5, तो इहदे विच 3 5 m की जगह ते असीं माइनस 3 भर देंगे ठीक है। m नूं हटा के उसकी जगह ते माइनस 3 लिखिया, तो माइनस दे 3 माइनस दे 5 दोनों इक्को जिहे ने, इक्को जिहा साइन है तो ये इकट्ठे हो जाएंगे जुड़ जाएंगे तो साडे कोल माइनस दे 8 आ जाएंगे ठीक है। दूसरा है साडे कोल 3m प्लस 5, तो 3m प्लस 5 दे विच भी असीं हुण m की कीमत जे भरनी है माइनस 3 तां ब्रैकेट दे विच भरांगे ठीक है। तो 3 तीया 9 आ जाएंगे साडे कोल घटाओ दे 9 क्योंकि ये 3 प्लस का है, प्लस माइनस माइनस होएगा साडे कोल, जिवें आपां पहलां गल कर चुके हैं अज दी लैसन दे विच। तो 3 तीया 9 साडे कोल माइनस 9 आएगा जमा 5। हुण वड्डी संख्या जो दोनों के साइन उल्ट ने, एक माइनस 1 प्लस तो घटाओ ही होएगी, 9 चों 5 घटावांगे 4 आएगा, पर साइन किहड़ा आएगा जिहड़ी वड्डी संख्या दे अगे है, 9 दे अगे 4 है और घटाओ है तो घटाओ दे 4 साडे कोल 8। तीसरा साडे कोल सवाल है 9 माइनस 5 है, तो 9 घटाओ 5 m की जगह ते माइनस 3 ठीक है। तो 9 का 9 ही रहेगा पुत्र, तो माइनस माइनस से साडे कोल प्लस हो जाएगा, पंजूती इत्थे 15 हो जाएंगे, तो 15 ते 9 इन्हां नूं असीं जोड़ांगे तो साडे कोल बन जाता है 24। चौथा सवाल है साडे कोल, चौथा एक्सप्रैशन है 2m/3 माइनस 4, तो ये विच भी 2 m की जगह ते असीं माइनस 3 भरांगे, वटा 3 आएगा तो माइनस 4,
3 दूनी साडे कोले 6 हुंदे ने, घटाओ दे 6 बनणगे वटा 3 माइनस दे 4। 6 ਨੂੰ ਜਦੋਂ ਅਸੀਂ 3 ਦੇ ਨਾਲ ਭਾਗ ਕਰਾਂਗੇ ਸਾਡੇ ਕੋਲ 2 ਆਣਗੇ, ਪਰ ਮਾਈਨਸ ਦਾ ਸਾਈਨ ਨਾਲ ਹੀ ਰਹੇਗਾ, -2 -4, तो ਇਹ ਸਾਡੇ ਕੋਲ ਮਾਈਨਸ ਦੇ 6 ਬਣ ਜਾਂਦੇ ਨੇ, ਠੀਕ ਹੈ, -6। तो इस ढंग ਦੇ ਨਾਲ ਇਹ ਸਾਡੇ ਕੋਲ 12ਵੀਂ ਦੇ ਜਿਹੜੇ ਪਾਰਟਸ ਨੇ ਉਹ ਵੀ ਆਪਾਂ ਸਵਾਲ ਹੋ ਜਾਣਗੇ। ਇਸ ਤੋਂ ਬਾਅਦ ਆਖਰੀ ਸਵਾਲ ਜਿਹੜਾ ਸਾਡੇ ਕੋਲ ਅੱਜ ਦੀ ਇਸ ਵਰਕਸ਼ੀਟ ਦਾ ਹੈ ਉਹ ਹੈ, ਜੇਕਰ a ਬਰਾਬਰ 2 ਅਤੇ b ਬਰਾਬਰ -4 ਹੋਵੇ ਤਾਂ ਸਾਡੇ ਕੋਲ ਇਹਨਾਂ ਦੀ ਕੀਮਤ ਜਿਹੜੀ ਅਸੀਂ ਪਤਾ ਕਰਨੀ ਹੈ, ਠੀਕ ਹੈ। if a equals to 2 and b equals to -4 then find the values of the following, ਠੀਕ ਹੈ। तो ਪਹਿਲਾ ਸਾਡੇ ਕੋਲ ਹੈ 2a ਜਮਾ b, ਇਹਦੇ ਚ a ਦੀ ਜਗ੍ਹਾ ਤੇ ਅਸੀਂ ਕੀ ਭਰਨਾ ਪੁੱਤਰ 2, तो ਪਹਿਲਾਂ ਦੀ ਤਰ੍ਹਾਂ ਬਿਲਕੁਲ ਇੱਥੇ ਬ੍ਰੈਕਟ ਦੇ ਵਿੱਚ ਭਰਾਂਗੇ, ਜਮਾ b, b ਦੀ ਜਗ੍ਹਾ ਤੇ ਕੀ ਕਰਨਾ -4, ਇਹਨੂੰ ਵੀ ਬ੍ਰੈਕਟ ਦੇ ਵਿੱਚ ਰੱਖਾਂਗੇ। 2 दूनी 4 प्लस माइनस इतने आएगा 4, 4 चो 4 घटाए 0 उत्तर आ जाएगा साढ़े कोल पहले सवाल का। तो दूसरा सवाल अपने आप वीडियो ਨੂੰ पॉज करके पहला तुसी करो तो बहुत ਵਧੀਆ रहेगा, फिर उस तो बाद अगे देखियो, ठीक है। तो a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 2 ਆਏਗੀ और माइनस b ਦੀ ਕੀਮਤ ਸਾਡੇ ਕੋਲ ਕੀ ਹੈ -4, तो एक माइनस ही पहला ही है, एक ਜਿਹੜਾ 4 ਦੇ ਨਾਲ ਸਾਡੇ ਕੋਲ ਮਾਈਨਸ ਇੱਥੇ ਲੱਗਾ ਹੋਇਆ ਸੀ, b ਦੀ ਕੀਮਤ ਉਹ ਸੀ ਲਗਾਈ ਹੈ -4, ठीक है। तो 5 दूनी 10 और माइनस माइनस है साढ़े कोल प्लस, प्लस दे 4, तो 10 जमा 4 है साढ़े कोल बन गए 14, ठीक है जी। 14 आंसर है साढ़े कोल दूसरे सवाल का। तो इस ढंग दे नाल साढ़े कोल लगभग अलजेब्रिक एक्सप्रैशन जिहड़ा साढ़े कोल अध्याय 12वां 7वीं क्लास दा ਉਹਦੇ ਅਸੀਂ जिन्ने कॉन्सैप्ट ਉਹਦੇ ਵਿੱਚ ਸਾਨੂੰ ਪੁੱਛੇ ਜਾਂਦੇ ਨੇ ਦਿੱਤੇ ਜਾਂਦੇ ਨੇ ਉਹ ਸਾਰੇ ਅਸੀਂ ਸਵਾਲਾਂ ਦੇ ਰੂਪ ਦੇ ਵਿੱਚ ਵਰਕਸ਼ੀਟ ਦੇ ਵਿੱਚ ਇਹ ਆਪਾਂ ਡਿਸਕਸ ਕੀਤੇ ਨੇ ਸਾਰੇ ਕਨਸੈਪਟ, ਠੀਕ ਹੈ। ਤਾਂ ਮੈਨੂੰ ਉਮੀਦ ਹੈ ਕਿ ਹਰ ਇੱਕ ਚੀਜ਼ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਸਮਝਿਆ ਹੋਵੇਗਾ। ਲਾਸਟ ਤੱਕ ਵੀਡੀਓ ਦੇਖਣ ਦੇ ਲਈ ਬਹੁਤ ਧੰਨਵਾਦ, ਠੀਕ ਹੈ। ਫਿਰ ਮਿਲਾਂਗੇ ਆਪਾਂ ਫਿਰ ਕਿਸੇ ਹੋਰ ਚੈਪਟਰ ਦੀ ਰਿਵੀਜ਼ਨ ਦੇ ਨਾਲ, ਹੋਰ ਚੈਪਟਰ ਦੇ ਕਨਸੈਪਟਸ ਦੇ ਨਾਲ। ਥੈਂਕ ਯੂ।